एक चीज़ दसो ਤੁਹਾਡੇ ਫੋਨ 'ਚੋਂ ਆਡੀਓ ਖਿਸਕ ਕਿਵੇਂ ਗਈ ਬਾਹਰ ਕਿਵੇਂ ਆ ਗਈ ਇਹ ਸੱਚੀ ਦੱਸਾਂ ਕਿਹੜਾ ਵਾਇਰਸ ਸੀਗਾ ਜਿਹੜਾ ਲੈ ਗਿਆ ਤੁਹਾਡੀ ਆਡੀਓ ਕੱਢ ਕੇ ਇਹਦੇ ਬਾਰੇ ਮੈਨੂੰ ਵੀ ਨਹੀਂ ਪਤਾ ਵੀ ਤੁਸੀਂ ਜੇ ਇਹ ਕਹੋ ਕਿ ਉਹੀ ਰਾਜਾ ਬਣੇਗਾ ਜਿਹੜਾ ਗੱਡੀ ਚਲਾਉਂਦਾ ਰਿਹਾ, ਉਹ ਸਾਨੂੰ ਮਨਜ਼ੂਰ ਨਹੀਂ। ਤੁਹਾਨੂੰ ਲੱਗਦਾ ਡੱਲਾ ਸਾਹਿਬ ਦੀ ਇੰਨੀ ਕਪੈਸਿਟੀ ਹੈਗੀ ਹੈ ਕਿ ਏਡੀ ਵੱਡੀ ਪਾਰਟੀ ਕਾਂਗਰਸ ਨੈਸ਼ਨਲ ਲੈਵਲ ਦੀ ਪਾਰਟੀ ਨੂੰ ਨੁਕਸਾਨ ਪਹੁੰਚਾ ਦੇਣਗੇ? ਰਾਈਟ, ਤੁਸੀਂ ਮੇਰੀ ਬੇਨਤੀ ਹੈ ਵੀ ਆਪਾਂ ਬਿਲੋ ਲੈਵਲ ਆਪਾਂ ਤੁਸੀਂ ਨਾ ਕਰੋ ਟਿੱਪਣੀ, ਪਰ ਜੇ ਤੁਸੀਂ ਕਿਸੇ ਦੇ ਤੁਸੀਂ ਕਿਹਾ ਨਾ ਵੀ ਜਿੱਦਾਂ ਤੁਸੀਂ ਕਿਹਾ ਨਾ ਕਿ ਨਵਜੋਤ ਸਿੰਘ ਸਿੱਧੂ ਹੋਣਾ ਦੇ ਕੰਸੈਂਟ ਨਾਲ ਹੀ ਮੈਂ ਇਹ ਗੱਲ ਕਹੀ ਆ, ਇਹ ਫਿਰ ਗਲਤ ਹੈ। ਸਵਾਗਤ ਹੈ ਸਾਡੇ ਵੱਲੋਂ ਤੇ ਗੱਲ ਜਿਹੜੀ ਵੀ ਕਹਿਣ ਸਿੱਧੂ ਸਾਹਿਬ ਕਹਿਣ ਸਾਡੇ ਸਿਰ ਮੱਥੇ। ਸਰਦਾਰ ਨਵਜੋਤ ਸਿੰਘ ਸਿੱਧੂ ਹੋਣਾ ਦਾ ਕੋਈ ਬਿਆਨ ਨਹੀਂ ਆਇਆ। ਬਿਆਨ ਕਿਸ ਦਾ ਆਉਂਦਾ? ਸੁਰਿੰਦਰ ਡੱਲਾ ਜੀ ਦਾ। ਔਰ ਬਿਆਨ ਵੀ ਕਿਹਦੇ ਲਈ ਆਉਂਦਾ ਹੈ? ਜਿਹੜੇ ਨਵੇਂ ਪ੍ਰਧਾਨ ਬਣੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਉਹਨਾਂ ਲਈ। ਮਤਲਬ ਕੋਈ ਰਾਜਾ ਵੜਿੰਗ ਨਾਲ ਕੋਈ ਵੈਰ ਵਿਰੋਧਤਾ ਵਾਲੀ ਗੱਲ ਨਹੀਂ ਹੈਗੀ। ਜੀ 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 ਸਿੱਧੂ ਸਾਹਿਬ ਤੁਸੀਂ ਨਾਰਾਜ਼ ਕਰਤੇ ਹੋਣੇ, ਪੱਕੀ ਗੱਲ ਹੈ। ਨਹੀਂ ਦੇਖੋ, ਮੈਂ ਸਿੱਧੂ ਸਾਹਿਬ ਨੂੰ ਨਾਰਾਜ਼ ਨਹੀਂ ਕੀਤਾ, ਮੈਂ ਸਿਰਫ ਡੱਲਾ ਸਾਹਿਬ ਨਾਲ ਮੇਰੀ ਇਸ ਗੱਲ ਤੇ ਚਰਚਾ ਹੋਈ। ਸਿੱਧੂ ਸਾਹਿਬ ਅੱਜ ਵੀ ਸਾਡੇ ਸਤਿਕਾਰਯੋਗ ਨੇ, ਡੱਲਾ ਸਾਹਿਬ ਵੀ ਸਤਿਕਾਰਯੋਗ ਨੇ ਸਾਡੇ। ਨਵੇਂ ਬਣੇ ਪ੍ਰਧਾਨ ਹੁਣ ਤੁਹਾਡੇ ਤੋਂ ਖੁਸ਼ ਹੋਣਗੇ। ਰਾਜਾ ਵੜਿੰਗ ਸਾਹਿਬ ਖੁਸ਼ ਨੇ ਕਿ ਮੇਰੀ ਪੈਰਵੀ ਕੀਤੀ ਜਿਸ ਕਰਨ ਹੋਰਾਂ ਨੇ। ਸਿੱਧੂ ਸਾਹਿਬ ਨੇ ਜਿਹੜੀ ਚੀਜ਼ ਲਈ ਮੈਨੂੰ ਆਥਰਾਈਜ਼ ਕੀਤਾ ਨਾ, ਮੈਂ ਉਹਨਾਂ ਚੀਜ਼ਾਂ ਤੇ ਹੀ ਬੋਲ। ਅੱਛਾ, ਮਤਲਬ ਸਿੱਧੂ ਸਾਹਿਬ ਨੇ ਤੁਹਾਨੂੰ ਕਿਹਾ ਬੋਲੋ? ਨਹੀਂ, ਇਹ ਨਹੀਂ ਉਹਨਾਂ ਨੇ ਕਿਹਾ। ਫਿਰ ਇਹ ਮੈਨੂੰ ਠੀਕ ਲੱਗਿਆ ਐਜ਼ ਏ ਜਰਨਲਿਸਟ, ਮੈਂ ਆਪਣੀ ਗੱਲ। ਸਾਨੂੰ ਇਹ ਗਲਤ ਲੱਗਿਆ। ਬੜੀ ਜ਼ੋਰ ਦਾ ਵੱਜਾ ਤੁਹਾਡੇ ਫੁੱਲ ਹੈ ਡੱਲਾ ਸਾਹਿਬ ਦਾ, ਤੁਹਾਡੇ ਕਿਉਂ ਵੱਜਾ ਵੜਿੰਗ ਸਾਹਿਬ ਦੇ ਤੇ ਵੱਜਾ ਨਹੀਂ? ਉਸ ਤੋਂ ਪਹਿਲਾਂ ਡੱਲਾ ਸਾਹਿਬ ਨੇ ਇੱਕ ਬਿਆਨ ਇਹ ਵੀ ਦਿੱਤਾ, ਕਹਿੰਦੇ ਕਿ ਹਾਲੇ ਤਾਂ ਇਹ ਸਿੱਧੂ ਸਾਹਿਬ ਖਿਲਾਫ ਚਿੱਠੀਆਂ ਪਾ ਰਹੇ, ਜਿੱਦਣ ਸਿੱਧੂ ਨੇ ਚਿੱਠੀ ਲਿਖੀ ਉਦੋਂ ਲੱਗ ਜਾਏਗਾ ਪਤਾ ਕੀ ਹੁੰਦਾ ਤੇ ਕੀ ਨਹੀਂ ਹੁੰਦਾ। ਤੁਸੀਂ ਮੈਨੂੰ ਥ੍ਰੈਟ ਕਰ ਰਹੇ ਹੋ ਬ੍ਰਦਰ? ਨਹੀਂ, ਮੈਂ ਰਿਕੁਐਸਟ ਕਰ ਰਿਹਾ ਵੀ ਤੁਸੀਂ ਸਾਡੀ ਪਾਰਟੀ ਦੇ ਇੰਟਰਨਲ ਮੈਟਰਸ ਦੇ ਵਿੱਚ ਪਲੀਜ਼ ਨਾ ਉਹ ਕਰੋ ਨਾ। ਤੁਸੀਂ ਥ੍ਰੈਟ ਨੂੰ ਰਿਕੁਐਸਟ ਬਣਾ ਕੇ ਕਹਿ ਰਹੇ ਹੋ ਮੈਨੂੰ? ਇੱਕ ਵੈਸੇ ਖਾਸੀਅਤ ਹੈ ਤੁਹਾਡੀ ਕਾਂਗਰਸ ਦੀ ਨਾ, ਪਾਰਦਰਸ਼ਿਤਾ ਬੜੀ ਹੈ। ਚਿੱਠੀ ਲਿਖਦੇ ਚਿੱਠੀ ਬਾਹਰ ਆ ਜਾਂਦੀ ਹੈ, ਆਡੀਓ ਹੁੰਦੀ ਆਡੀਓ ਬਾਹਰ ਆ ਜਾਂਦੀ ਹੈ। ਫਿਰ ਕਾਂਗਰਸ ਇਸ ਗੱਲ ਤੇ ਰੋਂਦੀ ਵੀ ਹੈ ਕਿ ਯਾਰ ਪਾਰਟੀ ਦਾ ਨੁਕਸਾਨ ਹੋ ਰਿਹਾ ਹੈ। ਐਜ਼ ਅ ਜਰਨਲਿਸਟ ਜੋ ਮਰਜ਼ੀ ਕਰਨ, ਉਹਨਾਂ ਦੀ ਆਜ਼ਾਦੀ ਹੈ, ਪ੍ਰੈਸ ਦੀ ਆਜ਼ਾਦੀ ਹੈ। ਪਰ ਉਹ ਵਿੱਚ ਕਿਉਂਕਿ ਮੇਰੀ ਗੱਲਬਾਤ ਦੇ ਵਿੱਚ ਵੀ ਜਿੱਦਾਂ ਤੁਸੀਂ ਸੁਣਿਆ ਹੋਏਗਾ ਕਿ ਉਹਨਾਂ ਨੇ ਬਾਰ-ਬਾਰ ਕਿਹਾ, ਕਦੀ ਤੇ ਉਹ ਕਹਿੰਦੇ ਸੀਗੇ ਕਿ ਮੈਂ ਨਵਜੋਤ ਸਿੰਘ ਸਿੱਧੂ ਹੋਣਾ ਦੀ ਜਿਹੜੀ ਆ ਗੱਲ ਉਹਨਾਂ ਦੇ ਵੱਲੋਂ ਜਿਹੜੀ ਜੋ ਮੈਨੂੰ ਪਰਮਿਸ਼ਨ ਮਿਲਦੀ ਮੈਂ ਉਹ ਗੱਲ ਕਰਦਾ, ਤੇ ਕਦੀ ਉਹ ਕਹਿੰਦੇ ਸੀ ਨਹੀਂ ਇਹ ਵਿਚਾਰ ਮੇਰੇ ਆਪਣੇ ਨੇ। ਗੈਰਾਂ ਦਿਆਂ ਪੱਥਰਾਂ ਦੀ ਸਾਨੂੰ ਪੀੜ ਰਤਾ ਨਾ ਹੋਈ, ਸੱਜਣਾ ਨੇ ਫੁੱਲ ਮਾਰਿਆ ਸਾਡੀ ਰੂਹ ਅੰਬਰਾਂ ਤੱਕ ਰੋਈ। ਇੱਕ ਆਡੀਓ ਜ਼ਬਰਦਸਤ ਤਰੀਕੇ ਦੇ ਨਾਲ ਵਾਇਰਲ ਹੋਈ, ਜਿਸ ਦੇ ਵਿੱਚ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਜਸਕਰਨ ਸਿੰਘ ਕਾਹਲੋਂ ਨੇ ਸੁਰਿੰਦਰ ਡੱਲਾ ਦੇ ਕੋਲੋਂ ਕਾਫੀ ਸਵਾਲ ਕੀਤੇ, ਤੇ ਸਵਾਲ ਇਹੋ ਜਿਹੇ ਕੀਤੇ ਕਿ ਉਸਨੇ ਸੋਸ਼ਲ ਮੀਡੀਆ ਦੇ ਉੱਤੇ ਸੁਰਖੀਆਂ ਬਟੋਰਨੀਆਂ ਸ਼ੁਰੂ ਕਰਤੀਆਂ। ਜਸਕਰਨ ਮੇਰੇ ਨਾਲ ਨੇ, ਗੱਲ ਕਰਦੇ ਹਾਂ। ਬੜੀ ਜ਼ੋਰ ਦਾ ਵੱਜਾ ਤੁਹਾਡੇ ਫੁੱਲ ਹੈ ਡੱਲਾ ਸਾਹਿਬ ਦਾ, ਤੁਹਾਡੇ ਕਿਉਂ ਵੱਜਾ ਵੜਿੰਗ ਸਾਹਿਬ ਦੇ ਤੇ ਵੱਜਾ ਨਹੀਂ? ਲੰਕੇਸ਼ ਜੀ, ਗੱਲ ਇੱਦਾਂ ਆ ਕਿ ਤੁਸੀਂ ਬਿਲਕੁਲ ਠੀਕ ਕਿਹਾ ਕਿ ਸੱਜਣਾ ਨੇ ਫੁੱਲ ਮਾਰਿਆ। ਦੇਖੋ, ਮੈਂ ਕਾਂਗਰਸ ਪਾਰਟੀ ਦਾ ਬੜਾ ਛੋਟਾ ਜਿਹਾ ਸਿਪਾਹੀ ਹਾਂ, ਬੜਾ ਛੋਟਾ ਜਿਹਾ ਵਰਕਰ ਹਾਂ, ਬੜੇ ਆਮ ਪਰਿਵਾਰ ਤੋਂ ਉੱਠਿਆ ਹਾਂ, ਔਰ ਕੋਸ਼ਿਸ਼ ਕਰਦਾ ਕਿ ਪਾਰਟੀ ਨੇ ਜੇ ਮੈਨੂੰ ਇੰਨਾ ਕੁਛ ਦਿੱਤਾ ਤਾਂ ਮੈਂ ਵੀ ਉਸ ਦੇ ਬਦਲੇ ਪਾਰਟੀ ਲਈ ਹਰ ਜਗ੍ਹਾ ਦੇ ਉੱਤੇ ਫਰੰਟ 'ਤੇ ਆ ਕੇ ਲੜਾਈ ਲੜਾਂ। ਸਿੱਧੂ ਸਾਹਿਬ ਬਹੁਤ ਸਾਡੇ ਸੀਨੀਅਰ ਲੀਡਰ ਨੇ, ਦੇਸ਼ ਕੀ ਵਿਦੇਸ਼ਾਂ ਦੇ ਵਿੱਚ ਵੀ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ, ਬਹੁਤ ਸਤਿਕਾਰ ਦਿੰਦੇ ਨੇ। ਜਦੋਂ ਇੱਕ ਚਿੱਠੀ ਰਾਜਾ ਵੜਿੰਗ ਜੀ ਵੱਲੋਂ ਲਿਖੀ ਗਈ, ਹਰੀਸ਼ ਚੌਧਰੀ ਜੀ ਨੇ ਅੱਗੇ ਉਹਨੂੰ ਰਿਕਮੈਂਡ ਕੀਤਾ ਹਾਈ ਕਮਾਂਡ ਨੂੰ, ਅਤੇ ਜਿਹਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਹੋਣੀ ਜਿਹੜੇ ਕਿ ਕੰਮ ਤਾਂ ਖੈਰ ਮੈਂ ਸਮਝਦਾ ਕਿ ਅਜੇ ਉਹ ਕਾਂਗਰਸ ਪਾਰਟੀ ਦੇ ਅੰਦਰ ਰਹਿ ਕੇ ਕਾਂਗਰਸ ਪਾਰਟੀ ਲਈ ਕਰ ਰਿਹਾ, ਪਰ ਉਹ ਆਪਣੀ ਇੱਕ ਵੱਖਰੀ ਲਾਈਨ ਖਿੱਚ ਕੇ ਚੱਲ ਰਹੀ, ਇੱਕ ਲੀਕ ਖਿੱਚ ਕੇ ਚੱਲ ਰਹੀ ਆ। ਔਰ ਜਦੋਂ ਉਹਨਾਂ ਨੂੰ ਇਹ ਐਕਟੀਵਿਟੀਜ਼ ਬੰਦ ਕਰਨ ਲਈ ਜਾਂ ਰੋਕਣ ਲਈ ਇੱਕ ਗੱਲ ਜਦੋਂ ਕਹੀ ਗਈ ਜਾਂ ਉਹਨਾਂ ਨੂੰ ਉਹਦੇ 'ਤੇ ਧਿਆਨ ਦੇਣ ਲਈ ਕਿਹਾ ਗਿਆ, ਅਤੇ ਉਸ ਸਮੇਂ ਸਰਦਾਰ ਨਵਜੋਤ ਸਿੰਘ ਸਿੱਧੂ ਹੋਣਾ ਦਾ ਕੋਈ ਬਿਆਨ ਨਹੀਂ ਆਇਆ। ਬਿਆਨ ਕਿਸ ਦਾ ਆਉਂਦਾ? ਸੁਰਿੰਦਰ ਡੱਲਾ ਜੀ ਦਾ। ਔਰ ਬਿਆਨ ਵੀ ਕਿਹਦੇ ਲਈ ਆਉਂਦਾ ਹੈ? ਜਿਹੜੇ ਨਵੇਂ ਪ੍ਰਧਾਨ ਬਣੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ, ਉਹਨਾਂ ਲਈ। ਨੌਜਵਾਨ ਨੇ, ਲੋਕ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਨੇ। ਔਰ ਬਿਆਨ ਦਾ ਜਿਹੜਾ ਇੱਕ ਲੈਵਲ ਸੀ, ਇੱਕ ਮਿਆਰ ਸੀ, ਉਹ ਮੈਨੂੰ ਲੱਗਿਆ ਕਿ ਉਹ ਬਹੁਤ ਥੱਲੇ ਆ। ਔਰ ਵਿਸ਼ੇਸ਼ ਰੂਪ ਦੇ ਵਿੱਚ ਡੱਲਾ ਜੀ ਵਰਗਾ ਇਹਨਾਂ ਸੀਨੀਅਰ ਜਰਨਲਿਸਟ ਜਦੋਂ ਇਹੋ ਜਿਹੀ ਗੱਲ ਕਰਦਾ, ਅਤੇ ਉਹਦਾ ਜਿਹੜਾ ਸੁਨੇਹਾ ਆ, ਉਹਦਾ ਜਿਹੜਾ ਮੈਸੇਜ ਹੈ, ਉਹ ਲੋਕਾਂ ਦੇ ਵਿੱਚ ਠੀਕ ਨਹੀਂ ਜਾਂਦਾ। ਸੋ ਮੈਂ ਡੱਲਾ ਜੀ ਨਾਲ ਇਹ ਚਰਚਾ ਕੀਤੀ ਔਰ ਬੜੇ ਅਦਬ ਸਤਿਕਾਰ ਨਾਲ ਕੀਤੀ ਕਿ ਡੱਲਾ ਜੀ, ਤੁਹਾਡੇ ਪੱਧਰ 'ਤੇ ਇਹੋ ਜਿਹੀਆਂ ਗੱਲਾਂ ਕਰਨੀਆਂ ਸ਼ਾਇਦ ਠੀਕ ਨਹੀਂ ਹੈ। ਨਵਜੋਤ ਸਿੰਘ ਸਿੱਧੂ ਹੋਣੀ ਕਿਉਂਕਿ ਪਾਰਟੀ ਦੇ ਸੀਨੀਅਰ ਲੀਡਰ ਨੇ, ਜੇ ਉਹ ਕੋਈ ਇਸ ਗੱਲ ਦੇ ਉੱਤੇ ਆਪਣੇ ਵਿਚਾਰ ਰੱਖਦੇ ਜਾਂ ਕੋਈ ਆਪਣੇ ਵੱਲੋਂ ਗੱਲ ਰੱਖਦੇ ਤਾਂ ਸਾਨੂੰ ਉਹ ਸਿਰ ਮੱਥੇ ਕਬੂਲ ਸੀ। ਪਰ ਡੱਲਾ ਜੀ ਵੱਲੋਂ ਇਹੋ ਜਿਹੀ ਕੀਤੀ ਗੱਲ ਦਾ ਐਜ਼ ਅ ਜਰਨਲਿਸਟ ਜੋ ਮਰਜ਼ੀ ਕਰਨ, ਉਹਨਾਂ ਦੀ ਆਜ਼ਾਦੀ ਹੈ, ਪ੍ਰੈਸ ਦੀ ਆਜ਼ਾਦੀ ਹੈ, ਪਰ
ਉਹ ਵਿੱਚ ਕਿਉਂਕਿ ਮੇਰੀ ਗੱਲਬਾਤ ਦੇ ਵਿੱਚ ਵੀ ਜਿੱਦਾਂ ਤੁਸੀਂ ਸੁਣਿਆ ਹੋਵੇਗਾ ਕਿ ਉਹਨਾਂ ਨੇ ਬਾਰ-ਬਾਰ ਕਿਹਾ, ਕਦੀ ਤੇ ਉਹ ਕਹਿੰਦੇ ਸੀਗੇ ਕਿ ਮੈਂ ਨਵਜੋਤ ਸਿੰਘ ਸਿੱਧੂ ਹੋਣਾ ਦੀ ਜਿਹੜੀ ਆ ਗੱਲ ਉਹਨਾਂ ਦੇ ਵੱਲੋਂ ਜਿਹੜੀ ਜੋ ਮੈਨੂੰ ਪਰਮਿਸ਼ਨ ਮਿਲਦੀ ਮੈਂ ਉਹ ਗੱਲ ਕਰਦਾ, ਤੇ ਕਦੀ ਉਹ ਕਹਿੰਦੇ ਸੀ ਨਹੀਂ ਇਹ ਵਿਚਾਰ ਮੇਰੇ ਆਪਣੇ ਨੇ। ਕਿਤੇ ਨਾ ਕਿਤੇ ਮੈਨੂੰ ਇਹ ਲੱਗਿਆ ਕਿ ਉਹ ਬੜੇ ਇੱਕ ਬਾਇਸ ਹੋ ਕੇ ਇੱਕ ਤਰਫਾ ਹੋ ਕੇ ਗੱਲ ਕੀਤੀ ਉਹਨਾਂ ਨੇ, ਔਰ ਪੱਧਰ ਤੋਂ ਥੱਲੇ ਜਾ ਕੇ ਗੱਲ ਕੀਤੀ। ਮੈਂ ਇਸ ਕਰਕੇ ਉਹਨਾਂ ਨਾਲ ਇਹ ਚਰਚਾ ਕੀਤੀ ਸੀ। ਉਹ ਅੰਗਰੇਜ਼ੀ ਦੇ ਵਿੱਚ ਕਹਿੰਦੇ ਦਾ ਵਨ ਹੂ ਇਜ਼ ਵੂਨਡਡ ਗਿਵਸ ਵੂਨ ਟੂ ਅਦਰਸ। ਡੱਲਾ ਸਾਹਿਬ ਜਦੋਂ ਕਹਿੰਦੇ ਗੱਲ ਕਰਦੇ, ਉਹਨਾਂ ਨੇ ਇੱਕ ਚੀਜ਼ ਤੁਹਾਡੇ ਸਾਹਮਣੇ ਇਹ ਵੀ ਰੱਖੀ ਹੋਣੀ ਹੈ। ਉਹ ਕਹਿੰਦੇ ਕਿ ਜਦੋਂ ਨਵਜੋਤ ਕੌਰ ਹੋਰੀ ਬਿਮਾਰ ਸੀਗੇ ਤੇ ਉਹ ਪਤਾ ਲੈਣ ਵੀ ਨਹੀਂ ਆਏ ਨਵੇਂ ਵੱਡੇ ਪ੍ਰਧਾਨ ਜਿਹੜੇ ਹੈਗੇ ਆ, ਉਹਨਾਂ ਦੇ ਜਿਹੜੇ ਸ਼ਿਕਵੇ ਆ ਗਿਲੇ ਆ, ਉਹ ਤੁਸੀਂ ਸਮਝਦੇ ਜਾਇਜ਼ ਹੈ? ਨਹੀਂ ਦੇਖੋ, ਸ਼ਿਕਵੇ ਹੋਣੇ ਵੀ ਚਾਹੀਦੇ ਔਰ ਸ਼ਿਕਵੇ ਆਪਣਿਆਂ ਨਾਲ ਹੀ ਹੁੰਦੇ ਨੇ। ਔਰ ਜਦੋਂ ਰਹੀ ਗੱਲ ਜਦੋਂ ਮੈਡਮ ਸਿੱਧੂ ਬਿਮਾਰ ਸੀ, ਪਿੱਛੇ ਪਤਾ ਲੱਗਿਆ ਸੀ ਉਹਨਾਂ ਦੀ ਕੋਈ ਸਰਜਰੀ ਹੋਈ ਆ, ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਛੇਤੀ ਠੀਕ ਹੋਣ। ਜੇ ਉਹ ਪਤਾ ਲੈਣ ਨਹੀਂ ਗਏ ਤੇ ਮੇਰੇ ਖਿਆਲ ਨਾਲ ਇਹ ਰਾਜਾ ਵੜਿੰਗ ਜੀ ਦਾ ਔਰ ਮੈਡਮ ਸਿੱਧੂ ਦਾ, ਕਿਉਂਕਿ ਉਹ ਆਪਣੇ ਭੈਣ ਭਰਾ ਮੰਨਦੇ ਨੇ ਇੱਕ ਦੂਸਰੇ ਨੇ, ਉਹ ਉਹਨਾਂ ਦਾ ਆਪਣਾ ਨਿੱਜੀ ਇੱਕ ਮਸਲਾ ਹੈ। ਉਹਦੇ ਵਿੱਚ ਜੇ ਸ਼ਿਕਵਾ ਸ਼ਿਕਾਇਤ ਕੋਈ ਕਰੇ ਤੇ ਜਾਂ ਮੈਡਮ ਸਿੱਧੂ ਕਰਨ ਤੇ ਜਾਂ ਸਿੱਧੂ ਸਾਹਿਬ ਖੁਦ ਕਰਨ, ਉਹਦੇ ਵਿੱਚ ਵੀ ਡੱਲਾ ਜੀ ਇਹ ਫਿਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਡੱਲਾ ਜੀ ਚੀਜ਼ਾਂ ਨੂੰ ਪਰਸਨਲ ਲੈ ਕੇ, ਜਿੱਥੋਂ ਤੱਕ ਮੈਨੂੰ ਸਮਝ ਆਈ, ਠੀਕ ਹੈ ਉਹਨਾਂ ਦਾ ਸ਼ਿਕਵਾ ਜਾਇਜ਼ ਹੈ, ਉਹ ਕਰ ਸਕਦੇ ਨੇ, ਪਰ ਜੇ ਕਿਤੇ ਇਹ ਸ਼ਿਕਵਾ ਮੈਡਮ ਸਾਡੇ ਭੈਣ ਜੀ ਉਹਨਾਂ ਨੇ ਕੀਤਾ ਹੁੰਦਾ ਜਾਂ ਸਿੱਧੂ ਸਾਹਿਬ ਨੇ ਕੀਤਾ ਹੁੰਦਾ ਤੇ ਸ਼ਾਇਦ ਸਾਨੂੰ ਇਹ ਲੱਗਦਾ ਕਿ ਉਹਨਾਂ ਦਾ ਸ਼ਿਕਵਾ ਜਾਇਜ਼ ਹੈ। ਪਰ ਡੱਲਾ ਸਾਹਿਬ ਨੇ ਕੀਤਾ, ਕੋਈ ਗੱਲ ਨਹੀਂ, ਠੀਕ ਹੈ, ਉਹਨਾਂ ਦਾ ਸੁਨੇਹਾ ਵੀ ਵੜਿੰਗ ਸਾਹਿਬ ਤੱਕ ਪਹੁੰਚ ਗਿਆ। ਪਰ ਉਹਨਾਂ ਦੀ ਇਹ ਗੱਲ ਕਿਤੇ ਨਾ ਕਿਤੇ ਮੈਨੂੰ ਇਹ ਲੱਗਿਆ ਕਿ ਇਹ ਰਾਜਨੀਤਿਕ ਗੱਲ ਨਾ ਹੋ ਕੇ ਇਹਨਾਂ ਨੇ ਕਿਤੇ ਨਾ ਕਿਤੇ ਇਸ ਚੀਜ਼ ਦਾ ਉਹਨਾਂ ਨੂੰ ਦਰਦ ਹੈ, ਉਹ ਇਸ ਨੂੰ ਨਿੱਜੀ ਲੈ ਗਏ ਨੇ, ਇਸ ਕਰਕੇ ਉਹਨਾਂ ਨੇ ਸ਼ਾਇਦ ਇਹ ਗੱਲ ਕੀਤੀ ਹੋਣੀ ਹੈ। ਇਹਦੇ ਵਿੱਚ ਨਵੇਂ ਬਣੇ ਪ੍ਰਧਾਨ ਹੁਣ ਤੁਹਾਡੇ ਤੋਂ ਖੁਸ਼ ਹੋਣਗੇ? ਰਾਜਾ ਵੜਿੰਗ ਸਾਹਿਬ ਖੁਸ਼ ਨੇ ਦੇਖੋ ਕਿ ਮੇਰੀ ਪੈਰਵੀ ਕੀਤੀ ਜਸਕਰਨ ਹੋਰਾਂ ਨੇ? ਨਹੀਂ ਦੇਖੋ, ਮੈਂ ਇਹ ਗੱਲ ਨਹੀਂ ਕਹਿ ਸਕਦਾ, ਮੇਰੀ ਤੇ ਉਸ ਤੋਂ ਬਾਅਦ ਨਾ ਗੱਲ ਹੋਈ ਨਾ ਮੁਲਾਕਾਤ ਹੋਈ, ਉਸ ਤੋਂ ਪਹਿਲਾਂ ਵੀ ਨਹੀਂ ਹੋਈ ਸੀ। ਮੈਂ 1-2 ਦਿਨ ਪਹਿਲਾਂ 3 ਦਿਨ ਪਹਿਲਾਂ ਜਦੋਂ PCC ਆਏ ਸੀਗੇ ਤੇ ਸਾਡੇ ਯੂਥ ਕਾਂਗਰਸ ਵਾਲਿਆਂ ਨੂੰ ਬੁਲਾਇਆ ਸੀ ਉਹਨਾਂ ਨੇ, ਉਹਦੇ 'ਚ ਮੇਰੀ ਮੁਲਾਕਾਤ ਜਰਨਲ ਮੁਲਾਕਾਤ ਇੱਕ ਹੋਈ ਸੀਗੀ। ਸੋ ਸਾਡੇ ਪ੍ਰਧਾਨ ਨੇ ਸੇ ਪ੍ਰੋਟੋਕਾਲ ਦੇ ਵਿੱਚ ਅਸੀਂ ਉਹਨਾਂ ਨੂੰ ਮਿਲਣ ਗਏ ਸੀਗੇ, ਉਹਨਾਂ ਨੇ ਬੁਲਾਇਆ ਸੀ, ਅਸੀਂ ਮਿਲਣ ਗਏ ਸੀ, ਕੋਈ ਐਸੀ ਚਰਚਾ ਨਹੀਂ ਹੋਈ। ਖੁਸ਼ ਨੇ, ਨਾਰਾਜ਼ ਨੇ, ਇਹਦੇ ਬਾਰੇ ਮੈਂ ਨਹੀਂ ਕਹਿ ਸਕਦਾ, ਇਹ ਤੇ ਪ੍ਰਧਾਨ ਜੀ ਬਿਹਤਰ ਜਾਣਦੇ ਹੋਣਗੇ, ਪਰ ਮੇਰੀ ਉਸ ਤੋਂ ਬਾਅਦ ਕੋਈ ਗੱਲ ਨਹੀਂ। ਸਿੱਧੂ ਸਾਹਿਬ ਤੁਸੀਂ ਨਾਰਾਜ਼ ਕਰਤੇ ਹੋਣੇ, ਪੱਕੀ ਗੱਲ ਹੈ? ਨਹੀਂ ਦੇਖੋ, ਮੈਂ ਸਿੱਧੂ ਸਾਹਿਬ ਨੂੰ ਨਾਰਾਜ਼ ਨਹੀਂ ਕੀਤਾ, ਮੈਂ ਸਿਰਫ ਡੱਲਾ ਸਾਹਿਬ ਨਾਲ ਮੇਰੀ ਇਸ ਗੱਲ ਤੇ ਚਰਚਾ ਹੋਈ। ਸਿੱਧੂ ਸਾਹਿਬ ਅੱਜ ਵੀ ਸਾਡੇ ਸਤਿਕਾਰਯੋਗ ਨੇ, ਡੱਲਾ ਸਾਹਿਬ ਵੀ ਸਤਿਕਾਰਯੋਗ ਨੇ ਸਾਡੇ। ਨਾਰਾਜ਼ ਹੋਣ ਵਾਲੀ ਤਾਂ ਮੈਂ ਕੋਈ ਗੱਲ ਹੀ ਨਹੀਂ ਕੀਤੀ ਹੈ ਚਲੰਗੇ ਜੀ। ਮੈਨੂੰ ਇੱਕ ਚੀਜ਼ ਦੱਸੋ, ਤੁਹਾਡੇ ਫੋਨ 'ਚੋਂ ਆਡੀਓ ਖਿਸਕ ਕਿਵੇਂ ਗਈ, ਬਾਹਰ ਕਿਵੇਂ ਆ ਗਈ? ਇਹ ਸੱਚੀ ਦੱਸਾਂ, ਕਿਹੜਾ ਵਾਇਰਸ ਸੀਗਾ ਜਿਹੜਾ ਲੈ ਗਿਆ ਤੁਹਾਡੀ ਆਡੀਓ ਕੱਢ ਕੇ? ਇਹਦੇ ਬਾਰੇ ਮੈਨੂੰ ਵੀ ਨਹੀਂ ਪਤਾ ਉਹ ਕੀ ਸੀਗਾ, ਕਿ ਉਹ ਰਿਕਾਰਡ ਮਤਲਬ ਅੱਜ ਕੱਲ੍ਹ ਫੋਨ ਦੇ ਵਿੱਚ ਆਟੋਮੈਟਿਕ ਰਿਕਾਰਡਿੰਗਸ ਔਨ ਨੇ, ਤੇ ਉਹ ਕਿਤੇ ਰਿਕਾਰਡ ਹੋ ਗਈ ਹੋਊਗੀ, ਉਹ ਮੈਂ ਕਿਸੇ ਸਾਥੀ ਨੂੰ ਕਿਤੇ ਬੈਠਿਆਂ ਸੁਣਾਈ ਹੋਊਗੀ, ਤਾਂ ਸ਼ਾਇਦ ਉੱਥੋਂ ਕਿਤੇੋਂ ਅੱਗੇ ਚਲੀ ਗਈ। ਮੈਂ ਨਹੀਂ ਇਸ ਚੀਜ਼ ਦਾ ਕਦੀ ਵੀ, ਮੈਂ ਇਸ ਚੀਜ਼ ਦਾ ਹਾਮੀ ਵੀ ਨਹੀਂ ਭਰਦਾ ਕਿ ਕੋਈ ਐਸੀ ਚੀਜ਼ ਜਿਹੜੀ ਆ ਉਹ ਲੀਕ ਕੀਤੀ ਜਾਵੇ, ਉਹ ਚੰਗਾ ਵੀ ਨਹੀਂ ਲੱਗਦਾ, ਇੱਕ ਨਿੱਜੀ ਗੱਲਬਾਤ ਸੀ। ਤੁਸੀਂ 2007 ਤੋਂ ਕਾਂਗਰਸ ਦੇ ਨਾਲ ਜੁੜੇ ਹੋਏ ਹੋ, ਇਹ ਜ਼ਿੰਦਗੀ 'ਚ ਪਹਿਲਾ ਤਜਰਬਾ ਇੱਦਾਂ ਦਾ? ਪਹਿਲਾ ਹੀ, ਔਰ ਸ਼ਾਇਦ ਮੈਂ ਸਮਝੂੰਗਾ ਇੱਕ ਆਖਰੀ ਵੀ। ਆਖਰੀ ਕਿਉਂ? ਮਤਲਬ ਇਹ ਇੱਕ ਹੈਲਦੀ ਪੋਲਿਟਿਕਸ ਦਾ ਮੈਂ ਇਹਨੂੰ ਹਿੱਸਾ, ਮੈਂ ਆਪਣੀ ਗੱਲ ਮੰਨਦਾ ਕਿ ਇਹ ਹੈਲਦੀ ਪੋਲਿਟਿਕਸ ਦਾ ਹਿੱਸਾ ਨਹੀਂ ਹੈ। ਅਸੀਂ ਕਿਤੇ ਕਿਸੇ ਮੰਚ ਦੇ ਉੱਤੇ ਆਮਣੇ ਸਾਹਮਣੇ ਹੁੰਦੇ ਤਾਂ ਅਸੀਂ ਜ਼ਰੂਰ ਇਸ ਚੀਜ਼ ਦੇ ਉੱਤੇ ਚਰਚਾ ਕਰਦੇ ਕਿ ਡੱਲਾ ਸਾਹਿਬ ਤੁਸੀਂ ਇਹ ਗੱਲ ਨਹੀਂ ਕੀਤੀ, ਪਰ ਉਸ ਸਮੇਂ ਇਹ ਗੱਲ ਕਰਨੀ ਕਿਉਂ ਜ਼ਰੂਰੀ ਸੀ? ਕਿਉਂਕਿ ਉਹਨਾਂ ਵੱਲੋਂ ਤਾਜ਼ਾ ਬਿਆਨ ਆਇਆ ਸੀ, ਮੈਂ ਉਹ ਤਾਜ਼ਾ ਵੱਖ-ਵੱਖ ਚੈਨਲਸ ਦੇ ਉੱਤੇ ਮੈਂ ਉਹ ਵੇਖ ਰਿਹਾ ਸੀ, ਔਰ ਜਿੱਦਾਂ ਡੱਲਾ ਸਾਹਿਬ ਨੂੰ ਤਕਲੀਫ ਹੋਈ, ਸ਼ਾਇਦ ਮੈਨੂੰ ਵੀ ਤਕਲੀਫ ਹੋਈ, ਪਰ ਮੈਨੂੰ ਇਹ ਤਕਲੀਫ ਇੱਕ ਪਾਰਟੀ ਦਾ ਵਰਕਰ ਹੋਣ ਦੇ ਨਾਤੇ ਹੋਈ, ਕਿਉਂਕਿ ਰਾਜਾ ਵੜਿੰਗ ਜੀ ਨਵੇਂ ਪ੍ਰਧਾਨ ਬਣੇ ਨੇ। ਪਾਰਟੀ ਇਸ ਸਮੇਂ ਤੁਹਾਨੂੰ ਵੀ ਪਤਾ ਹੈ ਕਿ ਅਸੀਂ ਜਿਹੜੀਆਂ ਸਾਡੀਆਂ ਇਸ ਸਮੇਂ ਪ੍ਰਸਥਿਤੀਆਂ ਨੇ ਬਹੁਤੀਆਂ ਕੋਈ ਅਨੁਕੂਲ ਨਹੀਂ ਨੇ ਸਾਡੇ, ਉਹਦੇ ਅਸੀਂ ਇੱਕ ਬੜੀ ਵੱਡੀ ਜਿੱਤ ਜਿਹੜੀ ਹੈ ਪੰਜਾਬ ਦੇ ਲੋਕਾਂ ਨੇ ਜਿਹੜਾ ਬਹੁਮਤ ਦੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ, ਲੋਕਾਂ ਦਾ ਅਸੀਂ ਉਹ ਦਿੱਤੇ ਫਤਵੇ ਦਾ ਅਸੀਂ ਸਤਿਕਾਰ ਵੀ ਕਰਦੇ ਹਾਂ, ਪਰ ਫਿਰ ਵੀ ਅਸੀਂ ਉਹਨਾਂ ਪੰਜਾਬ ਦੇ 3.3 ਕਰੋੜ ਲੋਕਾਂ ਦੀ ਲੜਾਈ ਲੜਨ ਦਾ ਕੰਮ ਕਾਂਗਰਸ ਪਹਿਲਾਂ ਵੀ ਕਰਦੀ ਰਹੀ ਹੈ ਤੇ ਹੁਣ ਵੀ ਕਰੇਗੀ। ਪਰ ਐਸੇ ਹਾਲਾਤਾਂ ਦੇ ਵਿੱਚ ਜੇ ਕੋਈ ਪਾਰਟੀ ਨੂੰ ਕਮਜ਼ੋਰ ਕਰਨ ਦੀ ਗੱਲ ਕਰੇ ਤੇ ਉਹਦੇ ਮੈਂ ਜਸਕਰਨ ਇੰਡੀਵਿਜੂਅਲ ਕਪੈਸਿਟੀ ਦੇ ਵਿੱਚ, ਆਪਣੀ ਨਿੱਜੀ ਕਪੈਸਿਟੀ ਦੇ ਵਿੱਚ ਉਸ ਹਰ ਚੀਜ਼ ਦਾ ਵਿਰੋਧ ਕਰੇਗਾ। ਤੁਹਾਨੂੰ ਲੱਗਦਾ ਡੱਲਾ ਸਾਹਿਬ ਦੀ ਇੰਨੀ ਕਪੈਸਿਟੀ ਹੈਗੀ ਹੈ ਕਿ ਐਡੀ ਵੱਡੀ ਪਾਰਟੀ ਕਾਂਗਰਸ ਨੈਸ਼ਨਲ ਲੈਵਲ ਦੀ ਪਾਰਟੀ ਨੂੰ ਨੁਕਸਾਨ ਪਹੁੰਚਾ ਦੇਣਗੇ? ਨਹੀਂ ਦੇਖੋ, ਡੱਲਾ ਤੁਸੀਂ ਸਮਝੋ, ਡੱਲਾ ਸਾਹਿਬ ਇਸ ਸਮੇਂ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਨੇ,
ਨਿੱਜੀ ਸਲਾਹਕਾਰ ਨੇ। ਔਰ ਮੈਂ ਸਮਝਦਾ ਕਿ ਡੱਲਾ ਸਾਹਿਬ ਆਪਣੀ ਕਪੈਸਿਟੀ ਦੇ ਵਿੱਚ ਉਹ ਬੜੇ ਵਧੀਆ ਪੱਤਰਕਾਰ ਹੋਣਗੇ, ਉਹਨਾਂ ਦਾ ਬਹੁਤ ਕੱਦ ਹੋਏਗਾ, ਪਰ ਜਦੋਂ ਉਹਨਾਂ ਦੀ ਐਸੋਸੀਏਸ਼ਨ ਜਦੋਂ ਉਹ ਜੁੜੇ ਨੇ ਨਾਲ ਸਰਦਾਰ ਨਵਜੋਤ ਸਿੰਘ ਸਿੱਧੂ ਹੋਣਾ ਦੇ, ਤੇ ਸ਼ਾਇਦ ਡੱਲਾ ਜੀ ਵੱਲੋਂ ਕਈ ਹਰ ਗੱਲ ਨੂੰ ਮੀਡੀਆ ਵੀ ਔਰ ਲੋਕ ਵੀ ਇਹ ਸਮਝਣਗੇ ਕਿ ਇਹ ਸਿੱਧੂ ਸਾਹਿਬ ਵੱਲੋਂ ਦੇ ਵਿਚਾਰ ਹੋ ਸਕਦੇ ਨੇ। ਸੋ ਸਿੱਧੂ ਸਾਹਿਬ ਦੀ ਵੀ ਆਪਣੀ ਇੱਕ ਆਇਡੈਂਟੀਟੀ ਹੈ, ਬਹੁਤ ਵੱਡੀ ਆਇਡੈਂਟੀਟੀ ਹੈ। ਸੋ ਇਸ ਕਰਕੇ ਡੱਲਾ ਸਾਹਿਬ ਜੇ ਨੁਕਸਾਨ ਨੈਸ਼ਨਲ ਲੈਵਲ ਤੇ ਨਹੀਂ ਕਰ ਸਕਦੇ, ਖੈਰ ਮੈਂ ਨਹੀਂ ਕਹਿੰਦਾ ਕਰ ਸਕਦੇ, ਹੋ ਸਕਦਾ ਉਹ ਬਹੁਤ ਕਪੈਸਿਟੀ 'ਚ ਹੋਣ ਕਰ ਸਕਦੇ ਹੋਣ, ਪਰ ਪੰਜਾਬ ਦੇ ਵਿੱਚ ਤੇ ਉਹਨਾਂ ਦਾ ਬਿਆਨ ਨੇ ਇਸ ਨੇ ਜਿਹੜਾ ਹੈ ਪਾਰਟੀ ਨੂੰ ਢਾਹ ਲਾਉਣ ਦਾ ਕੰਮ ਕੀਤਾ। ਪਰ ਇੱਕ ਚੀਜ਼ ਦੱਸੋ, ਇੱਕ ਤਾਂ ਸੁਖਬੀਰ ਬਾਦਲ ਹੋਰਾਂ ਦੀ ਡਾਇਰੀ ਬੜੀ ਮਸ਼ਹੂਰ ਹੈ, ਇੱਕ ਉਹਨਾਂ ਨੇ ਡੱਲਾ ਸਾਹਿਬ ਨੇ ਤੁਹਾਡਾ ਨਾਮ ਤੇ ਨੰਬਰ ਡਾਇਰੀ ਤੇ ਨੋਟ ਕਰ ਲਿਆ, ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਉਹਨਾਂ ਨੂੰ ਥ੍ਰੈਟ ਦੇ ਰਹੇ ਹੋ। ਦੇਖੋ ਮੈਂ ਨਾ ਉਸ ਕਨਵਰਸੇਸ਼ਨ ਦੇ ਵਿੱਚ ਭੁੱਲ ਗਿਆ ਕਿ ਮੈਂ ਵੀ ਉਹਨਾਂ ਨੂੰ ਇਹ ਜ਼ਰੂਰ ਪੁੱਛਣਾ ਸੀਗਾ ਵੀ ਤੁਹਾਡੀ ਵੀ ਕਿਤੇ ਉਹ ਲਾਲ ਡਾਇਰੀ ਤਾਂ ਨਹੀਂ ਸੁਖਬੀਰ ਬਾਦਲ ਹੋਣਾ ਵਾਲੀ, ਬਈ ਉਹ ਵੀ ਲਾਲ ਡਾਇਰੀ ਦਾ ਇੱਕ ਜ਼ਿਕਰ ਅਕਸਰ ਕਰਦੇ ਸੀ ਸੁਖਬੀਰ ਸਿੰਘ ਬਾਦਲ ਹੋਣੀ ਵੀ, ਤੇ ਉਹ ਮੈਨੂੰ ਨਹੀਂ ਪਤਾ ਵੀ ਉਹਨਾਂ ਦੀ ਹੁਣ ਡਾਇਰੀ ਲਾਲ ਹੈ ਕਿ ਕਾਲੀ ਆ, ਪਰ ਨਾ ਜ਼ਰੂਰ ਨੋਟ ਕੀਤਾ ਉਹਨਾਂ ਨੇ। ਖੈਰ ਥ੍ਰੈਟ ਵਾਲੀ ਕੋਈ ਗੱਲ ਨਹੀਂ, ਇੱਕ ਬੜੀ ਹੈਲਦੀ ਡਿਸਕਸ਼ਨ ਹੋਈ। ਡੱਲਾ ਸਾਹਿਬ ਨੇ ਵੀ ਬੜੇ ਅਦਬ ਸਤਿਕਾਰ ਨਾਲ ਗੱਲ ਕੀਤੀ, ਔਰ ਮੈਂ ਵੀ ਕੋਸ਼ਿਸ਼ ਕੀਤੀ ਕਿ ਮੈਂ ਕਿਤੇ ਵੀ ਐਸੀ ਕੋਈ ਗੱਲ ਨਾ ਕਵਾਂ ਜੋ ਉਹਨਾਂ ਨੂੰ ਜਾਂ ਸਿੱਧੂ ਸਾਹਿਬ ਨੂੰ ਜਾਂ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਠੇਸ ਪਹੁੰਚਾਉਣ ਦਾ ਕੰਮ ਕਰੇ। ਮੈਂ ਐਸੀ ਕੋਈ ਗੱਲ ਉਹਦੇ ਵਿੱਚ ਨਹੀਂ ਕੀਤੀ, ਔਰ ਨਾ ਹੀ ਡੱਲਾ ਸਾਹਿਬ ਨੇ ਕੀਤੀ। ਉਸ ਤੋਂ ਪਹਿਲਾਂ ਡੱਲਾ ਸਾਹਿਬ ਨੇ ਇੱਕ ਬਿਆਨ ਇਹ ਵੀ ਦਿੱਤਾ, ਕਹਿੰਦੇ ਕਿ ਹਾਲੇ ਤਾਂ ਇਹ ਸਿੱਧੂ ਸਾਹਿਬ ਖਿਲਾਫ ਚਿੱਠੀਆਂ ਪਾ ਰਹੇ, ਜਿੱਦਣ ਸਿੱਧੂ ਨੇ ਚਿੱਠੀ ਲਿਖੀ ਉਦੋਂ ਲੱਗ ਜਾਏਗਾ ਪਤਾ ਕੀ ਹੁੰਦਾ ਤੇ ਕੀ ਨਹੀਂ ਹੁੰਦਾ। ਹਾਂ, ਉਹ ਇੱਕ ਗੱਲ ਮੈਨੂੰ ਵੀ ਥੋੜੀ ਜੀ ਸਟ੍ਰਾਈਕ ਕੀਤੀ ਬਈ ਇਹਨਾਂ ਨੇ ਗੱਲ ਕੀਤੀ। ਖੈਰ ਦੇਖੋ ਸਮਾਂ ਬੜਾ ਬਲਵਾਨ ਹੈ, ਕਦੀ ਉੱਤੇ ਕਦੀ ਥੱਲੇ ਹਰ ਕੋਈ ਹੁੰਦਾ ਰਹਿੰਦਾ। ਬਾਕੀ ਇਹ ਹੈ ਕਿ ਜੇ ਕੋਈ ਗੱਲ ਇਹੋ ਜਿਹੀ ਹੈ ਤਾਂ ਡੈਫੀਨੇਟਲੀ ਸਿੱਧੂ ਸਾਹਿਬ ਕਰਨਾ ਚਾਹਣ, ਉਹਨਾਂ ਕੋਲ ਆਜ਼ਾਦੀ ਹੈ, ਉਹਨਾਂ ਕੋਲ ਖੁੱਲ੍ਹ ਹੈ, ਜ਼ਰੂਰ ਆਪਣੀ ਗੱਲ ਰੱਖਣ, ਚਿੱਠੀ ਲਿਖਣ, ਉਹ ਪ੍ਰੈਸ ਕਾਨਫਰੰਸ ਵੀ ਕਰਦੇ ਨੇ ਅਕਸਰ, ਜਿਹੜੀ ਉਹ ਪੰਜਾਬ ਦੀ ਵੀ ਗੱਲ ਕਰਦੇ ਨੇ, ਉਹ ਪਾਰਟੀ ਦੀ ਵੀ ਗੱਲ ਕਰਦੇ ਨੇ, ਉਹ ਆਪਣਾ ਪੱਖ ਵੀ ਰੱਖਦੇ ਨੇ, ਇੱਕ ਇੰਡੀਪੈਂਡੈਂਟ ਇੰਡੀਵਿਜੂਅਲ ਦੇ ਤੌਰ ਦੇ ਉੱਤੇ ਵੀ ਆਪਣੀ ਗੱਲ ਰੱਖਦੇ ਨੇ। ਤੇ ਮੇਰੇ ਖਿਆਲ ਨਾਲ ਕੋਈ ਨਹੀਂ, ਅਸੀਂ ਸਵਾਗਤ ਹੈ ਸਾਡੇ ਵੱਲੋਂ, ਤੇ ਗੱਲ ਜਿਹੜੀ ਵੀ ਕਹਿਣ ਸਿੱਧੂ ਸਾਹਿਬ ਕਹਿਣ, ਸਾਡੇ ਸਿਰ ਮੱਥੇ ਆ। ਸਕਰਨ ਜੀ ਇੱਕ ਵੈਸੇ ਖਾਸੀਅਤ ਹੈ ਤੁਹਾਡੀ ਕਾਂਗਰਸ ਦੀ ਨਾ, ਪਾਰਦਰਸ਼ਿਤਾ ਬੜੀ ਹੈ। ਚਿੱਠੀ ਲਿਖਦੇ ਚਿੱਠੀ ਬਾਹਰ ਆ ਜਾਂਦੀ ਹੈ, ਆਡੀਓ ਹੁੰਦੀ ਆਡੀਓ ਬਾਹਰ ਆ ਜਾਂਦੀ ਹੈ। ਫਿਰ ਕਾਂਗਰਸ ਇਸ ਗੱਲ ਤੇ ਰੋਂਦੀ ਵੀ ਹੈ ਕਿ ਯਾਰ ਪਾਰਟੀ ਦਾ ਨੁਕਸਾਨ ਹੋ ਰਿਹਾ। ਇਹ ਪਾਰਦਰਸ਼ਿਤਾ ਜਿਹੜੀ ਐਕਸਟਰਾ ਪਾਰਦਰਸ਼ਿਤਾ ਤੁਹਾਡੇ ਨਾਲ ਚੱਲਦੀ ਪਈ ਹੈ, ਇਹ ਤੇ ਕਿਵੇਂ ਠੱਲ ਕਿਵੇਂ ਪਏਗੀ? ਤੁਸੀਂ ਤਾਂ ਕਹਿਤਾ ਯਾਰ ਇਹ ਤਾਂ ਮੇਰੀ ਆਖਰੀ ਸੀਗੀ, ਇੱਦਾਂ ਅੱਜ ਤੋਂ ਬਾਅਦ ਨਹੀਂ ਹੋਊ, ਕਿਉਂਕਿ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਕਿ ਇਹ ਕੋਈ ਚੰਗੀ ਗੱਲ ਨਹੀਂ ਹੈਗੀ, ਇਹਦੇ ਨਾਲ ਸਿਆਸਤ ਦੇ ਵਿੱਚ ਪਾਰਟੀ ਦਾ ਨੁਕਸਾਨ ਹੁੰਦਾ। ਇਹ ਪਾਰਦਰਸ਼ਿਤਾ ਦੇ ਉੱਤੇ ਕਿੱਥੇ ਫੁੱਲ ਸਟਾਪ ਲੱਗ ਸਕਦਾ? ਦੇਖੋ ਮੈਂ ਆਪਣੀ ਗੱਲ ਤੇ ਕਰ ਸਕਦਾ ਸੀ, ਮੈਂ ਕਹਿਤਾ ਕਿ ਸ਼ਾਇਦ ਮੇਰੀ ਇਹ ਆਖਰੀ ਇਸ ਤਰੀਕੇ ਦੀ ਕੋਈ ਗੱਲ ਹੋਏਗੀ, ਪਰ ਜਿੱਥੋਂ ਤੱਕ ਹਰ ਇੰਡੀਵਿਜੂਅਲ ਹਰ ਵਿਅਕਤੀ ਵਿਸ਼ੇਸ਼ ਦੀ ਇੱਕ ਗੱਲ ਹੈ, ਹੋ ਸਕਦਾ ਹੈ ਕਿ ਹਿਊਮਨ ਨੇਚਰ ਹੈ, ਟੈਕਨੋਲੋਜੀ ਦਾ ਜ਼ਮਾਨਾ ਹੈ, ਮੈਂ ਟਾਈਪ ਕੀਤੀ, ਮੈਂ ਤੁਹਾਨੂੰ ਫਾਰਵਰਡ ਕੀਤੀ, ਇੰਟਰਨਲੀ ਆਫਿਸ ਦੇ ਵਿੱਚ ਫਾਰਵਰਡ ਹੋਈ ਕਿਤੇ, ਜਾਂ ਕਿਸੇ ਕੋਲ ਗਈ ਹੋਏਗੀ, ਤੇ ਹੋ ਸਕਦਾ ਉੱਥੋਂ ਕਿਤੇੋਂ ਤੁਹਾਡੇ ਵਰਗੇ, ਤੁਹਾਡਾ ਡੰਗ ਬੜਾ ਤੇਜ਼ ਹੈ, ਤੁਹਾਡੇ ਜਿਹੜੇ ਸੋਰਸ ਨੇ ਉਹ ਬੜੇ ਡੀਪ ਨੇ, ਤੁਸੀਂ ਕੱਢ ਲਿਆਉਂਦੇ ਉਹ ਚੀਜ਼ਾਂ, ਤੁਹਾਡੇ ਇਹ ਸਾਰੀ ਕਲਾਕਾਰੀ ਤੁਹਾਡੀ ਹੈ ਜੀ। ਚਲੋ ਸਿਆਸਤ ਵੀ ਕਲਾਕਾਰੀ ਹੈ, ਲੇਕਿਨ ਇੱਕ ਗੱਲ ਜਿਹੜੀ ਖਾਸ ਹੈ ਉਹ ਹੈਗੀ ਕਿ ਇਹਨਾਂ ਚੋਣਾਂ ਦੇ ਵਿੱਚ ਅਸੀਂ ਮਿਆਰ ਡਿੱਗਦੇ ਵੇਖਿਆ, ਬਿਆਨਬਾਜ਼ੀਆਂ ਹੁੰਦੀਆਂ ਦੇਖੀਆਂ ਨੇ। ਇਹ ਨਵੇਂ ਤਰੀਕੇ ਦੀ ਰਾਜਨੀਤੀ ਹੈ। ਇਹ ਨੌਜਵਾਨ ਜੋ ਨੇ ਇਹ ਕਹਿੰਦੇ ਨੇ ਕਿ ਸਾਡੇ ਕੋਲੋਂ ਜੇ ਇਸ ਤਰੀਕੇ ਦੇ ਨਾਲ ਮੇਰੀ ਆਡੀਓ ਜੇ ਆਈ ਹੈ, ਇਹ ਆਖਰੀ ਵਾਰ ਸੀ, ਲੇਕਿਨ ਉਸ ਆਡੀਓ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣੇ ਪੁਆਇੰਟਸ ਰੱਖੇ ਹੈ, ਜਿਸ ਅਦਬ ਦੇ ਨਾਲ, ਜਿਸ ਸਤਿਕਾਰ ਦੇ ਨਾਲ ਇਹਨਾਂ ਨੇ ਗੱਲ ਕੀਤੀ ਹੈ, ਉਹਦੀ ਸਰਾਹਨਾ ਕਰਨੀ ਇਸ ਕਰਕੇ ਬਣਦੀ ਹੈ ਕਿਉਂਕਿ ਅਸੀਂ ਇਹਨਾਂ ਚੋਣਾਂ ਦੇ ਦੌਰਾਨ, ਜਿਵੇਂ ਮੈਂ ਪਹਿਲੇ ਜ਼ਿਕਰ ਕੀਤਾ ਹੈ, ਇਹਨਾਂ ਚੋਣਾਂ ਦੇ ਦੌਰਾਨ ਪੋਲੀਟੀਸ਼ੀਅਨਸ ਨੂੰ ਵੱਡੇ ਕੱਦ ਲੇਕਿਨ ਕਿਰਦਾਰ ਛੋਟੇ ਰਹਿ ਗਏ ਉਹਨਾਂ ਦੇ, ਜਦੋਂ ਉਹਨਾਂ ਨੇ ਬਿਆਨ ਇਹੋ ਜਿਹੇ ਦਿੱਤੇ ਜਿਹਨੂੰ ਸੁਣਦੇ ਤੁਸੀਂ ਪਰਿਵਾਰ ਦੇ ਨਾਲ ਬੈਠ ਕੇ ਨਹੀਂ ਸੁਣ ਸਕਦੇ ਸੀਗੇ। ਉਹ ਇੱਦਾਂ ਦੇ ਬਿਆਨ ਸਾਡੇ ਸਾਹਮਣੇ ਆਏ ਆ। ਇਸ ਕਰਕੇ ਇਹਨਾਂ ਦੀ ਤਾਰੀਫ ਕਰਨੀ ਵੀ ਬਣਦੀ ਹੈ ਕਿ ਅਦਬ ਦੇ ਨਾਲ ਜਿਹੜੀ ਗੱਲ ਰੱਖੀ ਜਾਵੇ ਤੇ ਉਹ ਗੱਲ ਹਰ ਕੋਈ ਸੁਣਦਾ ਵੀ ਹੈ। ਕੈਮਰੇ ਤੇ ਸਾਥ ਦੇ ਰਹੇ ਸੀਗੇ ਸੁਖਵਿੰਦਰ, ਮੈਂ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।